प्रभु यीशु मसीह का बहुत बहुत धन्यवाद होवे। अज 15 दिसंबर 2020 के लिए शुक्रगुजार हाँ और अजीजो तुहाडे लिए प्रार्थना करदा हाँ कि प्रभु ने मैनू और तुहानू अज तक जिउंदे रखिया और बहुत वड्डी किरपा दिती और प्रभु ने सानू समा दिता कि असी वचन सुन सकीए, वचन बयान कर सकीए। ये प्रभु की किरपा है। इसलिए अज दे दिन भी जिहड़ा मैसेज दिता जा रहा है, प्रभु तुहानू बहुत वड्डी किरपा देवे। और अज दा संदेश है रद्या होया पातशाह, दी रिजेक्टेड किंग, रद्या होया पातशाह। मेरे अजीजो, बड़े दुख दे नाल कह रहा हाँ कि सैमुअल नू सारे इस्राएल ने कहा कि साडे लिए एक पातशाह ठहरा दे। आओ असी लिखत पढ़ांगे, क्योंकि लिखत तो बिना कोई गल भी पूरी नहीं हो सकती। जे पूरी गल हुंदी है तो वो बाइबल दियां लिखतां दे नाल हुंदी है और बाइबल दियां लिखतां ही मुबारक हन और यही लिखतां हन जिहड़ियां हज़ारां हज़ारां साल तक जिउंदियां ने। मेरे और तुहाडे वर्गे भैणां भरा, बच्चे, बजुर्ग इस धरती तो जा सकते ने, लेकिन प्रभु दे वचन दियां लिखतां कदे मिट नहीं सकदियां। जे असीं अपने खुदाबंद यीशु मसीह नूं पुछीए ते ओ मत्ती दी अंजील 24 बाब की 35 आयत विच कहंदा है, जमीन अते आसमान टल जाणगे पर मेरे मुंह दे कहे हुए वचन कदे नहीं टलणगे। मेरे अजीजो, बाइबल अटल संदेश है, इहदियां गल्लां कदे भी टल नहीं सकदियां। और लिखत नूं शुरू करदे हां। लिखिया है, पर ओ गल जो उन्होंने आखी सी, साडे लिए एक पातशाह ठहरा दी। ये पहला सैमुएल 6 बाब की 8वीं आयत तुहाडे सामने, माफ करना 8 की 6वीं आयत तुहाडे सामने रख रहा हाँ। पर ओ गल जो उन्होंने आखी सी, भाई साडे लिए एक पातशाह ठहरा दे जो साडा न्यों करे। सैमुएल नूं माड़ी लगी अते सैमुएल ने यहोवा अगे बेनती की, तां यहोवा ने सैमुएल नूं आख्या, लोकां दी आवाज़ वल अते उन्हां सबना गल्लां वल जो ओ तैनूं आखण कान ला, क्यों जो उन्हां ने तैनूं नहीं त्याग दिता, सगों मैनू त्याग दिता जो मैं उन्हां उत्ते राज ना करां। जद तो मैं उन्हां नूं मिस्रों कढ लियाया
ਉਸ ਦਿਨ ਤੋਂ ਅੱਜ ਤੋੜੀ ਉਹਨਾਂ ਸਭਨਾ ਕੰਮਾਂ ਦੇ ਅਨੁਸਾਰ ਜੋ ਉਹਨਾਂ ਨੇ ਕੀਤੇ, ਜਿਵੇਂ ਉਹਨਾਂ ਨੇ ਮੈਨੂੰ ਤਿਆਗ ਦਿੱਤਾ ਅਤੇ ਹੋਰਨਾਂ ਦੇਵਤਿਆਂ ਦੀ ਸੇਵਾ ਕੀਤੀ, ਅਜਿਹਾ ਹੀ ਉਹ ਤੇਰੇ ਨਾਲ ਕਰਦੇ ਹਨ। ਸੋ ਉਹਨਾਂ ਦੀ ਗੱਲ ਸੁਣ, ਤੂੰ ਵੀ ਉਹਨਾਂ ਉੱਤੇ ਗਵਾਹੀ ਦੇ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਦੱਸ ਦੇ। ਭਾਈ ਜਿਹੜਾ ਪਾਤਸ਼ਾਹ ਉਹਨਾਂ ਉੱਤੇ ਰਾਜ ਕਰੇਗਾ, ਉਹਦੀ ਡੀਲ, ਉਹਦੀ ਦੌੜ ਚਾਲ ਕਿਹੋ ਜਿਹੀ ਹੋਵੇਗੀ। ਅਜੀ ਜੋ ਅਸੀਂ ਵੇਖਦੇ ਹਾਂ ਕਿ ਇਹਨਾਂ ਭੇਤਾਂ ਨੂੰ ਖੋਲ੍ਹਣ ਦੇ ਲਈ ਬਾਈਬਲ ਦੇ ਲਿਖਤਾਂ ਦੇ ਭੇਤ ਖੋਲ੍ਹਣ ਦੇ ਲਈ ਖੁਦਾ ਦਾ ਆਤਮਾ ਆਉਂਦਾ ਹੈ, ਕਿਉਂਕਿ ਖੁਦਾ ਦੇ ਆਤਮਾ ਦੁਆਰਾ ਹੀ ਸਾਰੀ ਲਿਖਤ ਲਿਖੀ ਗਈ ਹੈ। ਜਿਵੇਂ ਮੈਂ ਅਕਸਰ ਤੁਹਾਨੂੰ ਦੂਸਰਾ ਤਿਮੋਥੀਅਸ 3:16 ਆਇਤ ਦੱਸਦਾ ਹਾਂ, ਜਿੱਥੇ ਲਿਖਿਆ ਹੈ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਹੈ, ਸਿੱਖਿਆ ਤਾੜਨ, ਸੁਧਾਰਨ ਅਤੇ ਧਰਮ ਦੇ ਗਜਾਉਣ ਲਈ ਗੁਣਕਾਰ ਹੈ। ਇਸ ਕਰਕੇ ਅਜੀਜ਼ੋ ਅੱਜ ਦਾ ਸੰਦੇਸ਼, ਇਸ ਦਾ ਟੌਪਿਕ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ, ਰੱਜਿਆ ਹੋਇਆ ਪਾਤਸ਼ਾਹ। ਜੋ ਅਸੀਂ ਵੇਖਦੇ ਹਾਂ ਕਿ ਇਸਰਾਈਲ ਨੇ ਯਹੋਵਾ ਜੋ ਸਾਡਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਸ ਨੂੰ ਰੱਦ ਕਰ ਦਿੱਤਾ ਔਰ ਸ਼ਮੂਏਲ ਨੂੰ ਕਹਿ ਦਿੱਤਾ ਕਿ ਤੂੰ ਸਾਡੇ ਲਈ ਇੱਕ ਪਾਤਸ਼ਾਹ ਠਹਿਰਾ ਦੇ। ਇਹ ਗੱਲ ਸ਼ਮੂਏਲ ਨੂੰ ਵੀ ਮਾੜੀ ਲੱਗੀ ਔਰ ਸਾਡੇ ਯਹੋਵਾ ਪਰਮੇਸ਼ਰ ਨੇ ਸ਼ਮੂਏਲ ਨੂੰ ਕਿਹਾ, ਸ਼ਮੂਏਲ, ਉਹਨਾਂ ਨੇ ਤੈਨੂੰ ਨਹੀਂ ਤਿਆਗਿਆ, ਉਹਨਾਂ ਨੇ ਮੈਨੂੰ ਵੀ ਤਿਆਗ ਦਿੱਤਾ ਹੈ, ਭਈ ਮੈਂ ਉਹਨਾਂ ਦੇ ਉੱਤੇ ਰਾਜ ਨਾ ਕਰਾਂ। ਮੇਰੇ ਅਜੀਜ਼ੋ, ਕਿੰਨਾ ਮੁਬਾਰਕ ਹੁੰਦਾ ਜੇ ਉਹ ਇਸ ਗੱਲ ਨੂੰ ਸਮਝਦੇ ਕਿ ਯਹੋਵਾ ਸਾਡੀਆਂ ਲੜਾਈਆਂ ਲੜਦਾ ਹੈ, ਯਹੋਵਾ ਸਾਨੂੰ ਆਪਣੇ ਵਚਨ ਨਾਲ ਸੰਭਾਲਦਾ ਹੈ, ਯਹੋਵਾ ਦੇ ਹੱਥ ਤੋਂ ਸਾਨੂੰ ਸਾਰੀਆਂ ਬਰਕਤਾਂ ਮਿਲਦੀਆਂ ਹਨ। ਔਰ ਜੇ ਇਹਨਾਂ ਗੱਲਾਂ ਨੂੰ ਉਹ ਸੋਚਦੇ ਤੇ ਫਿਰ ਇਹ ਗੱਲ ਨਾ ਆਖਦੇ। ਤੋ ਅੱਜ ਦਾ ਸੰਦੇਸ਼ ਹੈ ਰੱਜਿਆ ਹੋਇਆ ਪਾਤਸ਼ਾਹ। ਮੇਰੇ ਅਜ਼ੀਜ਼ੋ, ਜਦੋਂ ਪੁਰਾਣੇ ਨੇਮ ਦਾ ਯਹੋਵਾ ਨਵੇਂ ਨੇਮ ਵਿੱਚ ਆਇਆ ਤੇ ਪੁਰਾਣਾ ਨੇਮ ਜਿਹੜਾ ਹੈ ਉਹਨੂੰ ਨਵੇਂ ਨੇਮ ਨੇ ਖੋਲ ਦਿੱਤਾ। ਔਰ ਜਦੋਂ ਨਵੇਂ ਨੇਮ ਵਿੱਚ ਆਉਂਦਾ ਹੈ ਤੇ ਉਹ ਆਸਮਾਨ ਤੋਂ ਥੱਲੇ ਆਉਂਦਾ ਹੈ। ਜਿਵੇਂ ਯਹੋਨਾ 3:13 ਚ ਲਿਖਿਆ ਹੈ, ਸਵਰਗ ਨੂੰ ਕੋਈ ਨਹੀਂ ਚੜਿਆ ਬਲਕਿ ਉਹ ਜਿਹੜਾ ਸਵਰਗ ਤੋਂ ਉਤਰਿਆ ਅਰਥਾਤ ਮਨੁੱਖ ਦਾ ਪੁੱਤਰ, ਉਹ ਮਨੁੱਖ ਬਣਿਆ, ਉਹ ਧਰਤੀ ਦੇ ਉੱਤੇ ਆ ਕੇ ਮਨੁੱਖ ਬਣ ਗਿਆ। ਔਰ ਅਸੀਂ ਵੇਖਦੇ ਹਾਂ ਕਿ ਯਹੋਵਾ ਹੀ ਨਵੇਂ ਨੇਮ ਵਿੱਚ ਮਨੁੱਖ ਬਣਿਆ ਔਰ ਉਸ ਦਾ ਨਾਮ ਯਿਸੂ ਰੱਖਿਆ ਗਿਆ।
ਉਹ ਜਦੋਂ ਲਿਖਤ ਬੋਲਦੀ ਹੈ ਔਰ ਜਬਰਾਈਲ ਦਾ ਮੂੰਹ ਕਹਿੰਦਾ ਹੈ, ਮੱਤੀ ਪਹਿਲੇ ਬਾਬ ਦੀ 20 ਆਇਤ ਦੇ ਅੰਦਰ, ਯੂਸਫ ਮਰੀਅਮ ਨੂੰ ਕਰ ਲਿਆਉਣ ਤੋਂ ਨਾ ਡਰ, ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਹੈ ਉਹ ਪਵਿੱਤਰ ਆਤਮਾ ਤੋਂ ਹੈ। ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖਣਾ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਇਸ ਕਰਕੇ ਮੇਰੇ ਅਜ਼ੀਜ਼ੋ, ਪਹਿਲਾਂ ਪੁਰਾਣੇ ਨੇਮ ਦੇ ਅੰਦਰ ਪਾਪ ਜਿਹੜੇ ਸੀ ਉਹ ਮੰਨੇ ਜਾਂਦੇ ਸਨ ਔਰ ਮੇਮਨੇ ਨੂੰ ਖੜਿਆ ਜਾਂਦਾ ਸੀ ਹੈਕਲ ਦੇ ਫਾਟਕ ਤੇ, ਔਰ ਮੇਮਨੇ ਨੂੰ ਖੜਨ ਵਾਲਾ ਮੇਮਨੇ ਤੇ ਹੱਥ ਰੱਖ ਕੇ ਆਪਣੇ ਪਾਪ ਮੰਨਦਾ ਸੀ, ਔਰ ਮੇਮਨਾ ਉਸ ਦੇ ਸੁਖ ਸਾਂਦ ਦੀ ਬਲੀ ਹੋ ਜਾਂਦਾ ਸੀ, ਉਸ ਦੇ ਪਾਪ ਦੀ ਬਲੀ ਹੋ ਜਾਂਦਾ ਸੀ, ਉਸ ਦੇ ਹੋਮ ਦੀ ਬਲੀ ਹੋ ਜਾਂਦਾ ਸੀ। ਪਰ ਇਹ ਪਰਛਾਵਾਂ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਸੀ ਪੁਰਾਣੇ ਨੇਮ ਦੇ ਅੰਦਰ। ਪਰ ਜਦੋਂ ਦੇਹ ਦੇ ਵਿੱਚ ਆਉਂਦਾ ਹੈ ਔਰ ਉਸ ਨੂੰ ਨਬੀਆਂ ਵਿੱਚੋਂ ਸਭ ਤੋਂ ਵੱਡਾ ਨਬੀ, ਜਿਸ ਨੂੰ ਅਸੀਂ ਬਾਈਬਲ ਯਹੂਨਾ ਬਪਤਿਸਮਾ ਦੇਣ ਵਾਲਾ ਕਹਿੰਦੀ ਹੈ, ਔਰ ਇਹ ਹੈ ਜਿਹੜਾ ਨਵੇਂ ਨੇਮ ਦਾ ਦਰਵਾਜ਼ਾ ਖੋਲ ਦਿੰਦਾ ਹੈ, ਔਰ ਸਾਡਾ ਖੁਦਾਵੰਦ ਯਿਸੂ ਮਸੀਹ ਸ਼ਰ੍ਹਾ ਨੂੰ ਪੂਰਾ ਕਰਕੇ ਕਿਰਪਾ ਦਾ ਦਰਵਾਜ਼ਾ ਖੋਲਦਾ ਹੈ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਤੋ ਇਸ ਕਰਕੇ ਅਸੀਂ ਦੇਖਦੇ ਹਾਂ ਕਿ ਉਸ ਨੇ ਯਿਸੂ ਮਸੀਹ ਨੂੰ ਜਦੋਂ ਆਪਣੇ ਵੱਲ ਆਉਂਦੇ ਵੇਖਿਆ, ਯਹੂਨਾ ਪਹਿਲੇ ਬਾਬ ਦੀ 29 ਆਇਤ, ਯਹੂਨਾ ਦੀ ਅੰਜੀਲ ਪਹਿਲੇ ਬਾਬ ਦੀ 29 ਆਇਤ ਵਿੱਚ ਯਹੂਨਾ ਬਪਤਿਸਮਾ ਦੇਣ ਵਾਲਾ ਯਿਸੂ ਮਸੀਹ ਵੱਲ ਵੇਖ ਕੇ ਕਹਿੰਦਾ ਹੈ, ਵੇਖੋ ਪਰਮੇਸ਼ਵਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਕੇ ਲੈ ਜਾਂਦਾ ਹੈ। ਵੇਖੋ ਪਰਮੇਸ਼ਵਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਕੇ ਲੈ ਜਾਂਦਾ ਹੈ। ਔਰ ਉਹ ਮੇਮਨਾ ਬਣਿਆ, ਉਹ ਮਨੁੱਖ ਬਣਿਆ। ਪਰ ਅਸੀਂ ਵੇਖਦੇ ਹਾਂ ਉਹ ਦੇਹ ਵਿੱਚ ਆਇਆ ਹੋਇਆ। ਯਹੂਨਾ ਦੀ ਅੰਜੀਲ ਪਹਿਲੇ ਬਾਬ ਦੀ ਪਹਿਲੀ ਆਇਤ, ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਵਰ ਦੇ ਸੰਗ ਸੀ, ਔਰ ਸ਼ਬਦ ਦੇਹਧਾਰੀ ਹੋਇਆ। ਤੋ ਲਿਖਿਆ ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਸੰਗ ਸੀ ਅਤੇ ਸ਼ਬਦ ਪਰਮੇਸ਼ਵਰ ਸੀ। ਔਰ 14ਵੀਂ ਆਇਤ ਵਿੱਚ ਲਿਖਿਆ ਯਹੂਨਾ 1:14 ਵਿੱਚ ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸਚਾਈ ਨਾਲ ਭਰਪੂਰ ਹੋ ਕੇ ਉਸ ਨੇ ਸਾਡੇ ਵਿੱਚ ਵਾਸ ਕੀਤਾ। ਜਿੱਥੇ ਉਹ ਸੈਮੂਅਲ ਦੇ ਦਿਨਾਂ ਵਿੱਚ ਇਸਰਾਇਲ ਤੋਂ ਰੱਦਿਆ ਗਿਆ, ਉੱਥੇ ਹੁਣ ਨਵੇਂ ਨੇਮ ਦੇ ਅੰਦਰ ਵੀ
ਅਸੀਂ ਵੇਖਦੇ ਹਾਂ ਉਹਨੂੰ ਰੱਦ ਕਰ ਦਿੱਤਾ ਗਿਆ। ਮੇਰੇ ਅਜ਼ੀਜ਼ੋ, ਜਦ ਉਹ ਲਿਖਤਾਂ ਦੇ ਮੁਤਾਬਕ ਆਇਆ ਸੀ ਔਰ ਫਿਰ ਵੀ ਉਹਦੇ ਆਪਣੇ ਉਸ ਨੂੰ ਰੱਦ ਕਰ ਰਹੇ ਸਨ, ਕਿਉਂਕਿ ਯਹੋਨਾ 1:11 ਆਇਤ ਕਹਿੰਦੀ ਹੈ, ਉਹ ਆਪਣਿਆਂ ਦੇ ਘਰ ਆਇਆ ਅਤੇ ਜਿਹੜੇ ਉਹਦੇ ਆਪਣੇ ਸਨ ਉਹਨਾਂ ਨੇ ਉਸ ਨੂੰ ਕਬੂਲ ਨਾ ਕੀਤਾ। ਪਰ ਥੱਲੇ ਲਿਖਤ ਕਹਿੰਦੀ ਹੈ 12ਵੀਂ ਆਇਤ, ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ ਉਹਨਾਂ ਨੂੰ ਉਸਨੇ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ, ਅਰਥਾਤ ਉਹਨਾਂ ਨੂੰ ਜਿਨ੍ਹਾਂ ਨੇ ਉਹਦੇ ਨਾਮ ਉੱਤੇ ਨਿਸ਼ਚਾ ਕੀਤੀ। ਕਿਹੜੇ ਨਾਮ ਉੱਤੇ? ਯਿਸੂ ਨਾਮ ਉੱਤੇ। ਮੇਰੇ ਅਜ਼ੀਜ਼ੋ, ਜਬਰਾਈਲ ਯੂਸਫ ਦੇ ਕੋਲ ਦਰਸ਼ਨ ਵਿੱਚ, ਸੁਪਨੇ ਵਿੱਚ ਖਲੋਤਾ ਹੋਇਆ ਕਹਿ ਰਿਹਾ ਹੈ ਕਿ ਉਹ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖਣਾ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਅਸਲ ਵਿੱਚ ਉਹ ਸਾਨੂੰ ਬਚਾਉਣ ਵਾਸਤੇ ਆਇਆ, ਸਾਡੇ ਪਾਪ ਮਾਫ ਕਰਨ ਵਾਸਤੇ ਆਇਆ, ਸਾਨੂੰ ਆਪਣੇ ਪੁੱਤਰ ਹੋਣ ਦਾ ਹੱਕ ਦੇਣ ਵਾਸਤੇ ਆਇਆ। ਪਰ ਇਹ ਲਿਖਤਾਂ ਇਸਰਾਇਲ ਦੀ ਸਮਝ ਵਿੱਚ, ਮੈਂ ਨਹੀਂ ਕਹਿੰਦਾ ਸਾਰਿਆਂ ਦੀ ਸਮਝ ਵਿੱਚ ਨਹੀਂ ਆਈਆਂ, ਪਰ ਲਿਖਤ ਕਹਿੰਦੀ ਹੈ ਜਿਨ੍ਹਾਂ ਨੇ ਉਹਦੇ ਕੰਮ ਵੇਖੇ, ਉਹਨੂੰ ਵੇਖਿਆ, ਉਹਦੇ ਉੱਤੇ ਵਿਸ਼ਵਾਸ ਕੀਤਾ, ਇਸਰਾਇਲ ਦੇ ਵਿੱਚੋਂ ਹੀ ਪਹਿਲੀ ਕਲੀਸਿਆ ਹੋਈ। ਔਰ ਅਸੀਂ ਦੇਖਦੇ ਹਾਂ ਫਿਰ ਇਹ ਸੰਦੇਸ਼ ਹੌਲੀ ਹੌਲੀ ਪਰਾਈਆਂ ਜਾਤੀਆਂ ਦੇ ਕੋਲ ਚਲਾ ਗਿਆ ਔਰ 2000 ਸਾਲ ਹੋ ਗਏ ਨੇ ਇਹ ਸੰਦੇਸ਼ ਸਾਰੀ ਦੁਨੀਆ ਦੇ ਅੰਦਰ, ਯਿਸੂ ਮਸੀਹ ਦਾ ਵਚਨ ਸਾਰੀ ਦੁਨੀਆ ਦੇ ਅੰਦਰ ਘੁੰਮ ਰਿਹਾ ਹੈ। ਔਰ ਜਿੰਨੇ ਉਹਦੇ ਉੱਤੇ ਵਿਸ਼ਵਾਸ ਕਰਦੇ ਨੇ ਉਹਨਾਂ ਨੂੰ ਉਹ ਆਪਣੇ ਪੁੱਤਰ ਹੋਣ ਦਾ ਹੱਕ ਦਿੰਦਾ ਹੈ। ਔਰ ਉਹਨਾਂ ਦੇ ਪਾਪ ਮਾਫ ਕਿਸ ਤਰ੍ਹਾਂ ਹੁੰਦੇ ਨੇ? ਯਿਸੂ ਦੇ ਬਹਾਏ ਹੋਏ ਲੋਹੂ ਦੇ ਨਾਲ, ਕਿਉਂਕਿ ਉਹ ਮੇਰੇ ਅਤੇ ਤੁਹਾਡੇ ਪਾਪਾਂ ਦੀ ਮਾਫੀ ਦੇ ਵਾਸਤੇ ਲੋਹੂ ਬਹਾਉਣ ਆ ਗਿਆ। ਉਹ ਮੈਨੂੰ ਤੇ ਤੁਹਾਨੂੰ ਆਪਣੇ ਲੋਹੂ ਨਾਲ ਮੁੱਲ ਲੈਣ ਵਾਸਤੇ ਆ ਗਿਆ ਔਰ ਉਹ ਇਸ ਧਰਤੀ ਦੇ ਉੱਤੇ ਆਪਣੇ ਪੈਰਾਂ ਨਾਲ ਤੁਰਨ ਲੱਗਾ। ਉਹ ਯਹੋਵਾ ਜਿਹੜਾ ਦੇਹ ਵਿੱਚ ਆਇਆ ਸੀ, ਉਹ ਪੈਰਾਂ ਨਾਲ ਇਸਰਾਇਲ ਦੀ ਧਰਤੀ ਤੇ ਤੁਰ ਰਿਹਾ ਸੀ। ਪਰ ਇਸਰਾਇਲ ਨੇ ਉਸ ਨੂੰ ਨਾ ਪਹਿਚਾਨਿਆ। ਉਹ ਆਪਣਿਆਂ ਦੇ ਘਰ ਆਇਆ ਅਤੇ ਜਿਹੜੇ ਉਹਦੇ ਆਪਣੇ ਸਨ ਉਹਨਾਂ ਨੇ ਉਸ ਨੂੰ ਕਬੂਲ ਨਾ ਕੀਤਾ। ਖੁਦਾਵੰਦ ਬਹੁਤ ਵੱਡੀ ਕਿਰਪਾ ਦੇਵੇ। ਮੇਰੇ ਅਜ਼ੀਜ਼ੋ, ਅੱਜ ਵੀ ਅਸੀਂ ਵੇਖਦੇ ਹਾਂ ਕਿ ਜਿਸ ਤਰ੍ਹਾਂ ਉਹਨੂੰ ਕਬੂਲ ਕਰਨਾ ਚਾਹੀਦਾ ਹੈ, ਅੱਜ ਦੀ ਦੁਨੀਆ ਵਿੱਚ ਵੀ ਉਸ ਨੂੰ ਉਸ ਤਰ੍ਹਾਂ ਕਬੂਲ ਨਹੀਂ ਕੀਤਾ ਜਾ ਰਿਹਾ ਜਿਸ ਤਰ੍ਹਾਂ ਉਸ ਨੇ ਕਿਹਾ ਹੈ। ਯਹੂਨਾ 14 ਦੀ ਕੁਝ ਆਇਤ ਮੈਂ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ। ਜਿਸ ਤਰ੍ਹਾਂ ਉਸ ਨੂੰ ਕਬੂਲ ਕਰਨਾ ਚਾਹੀਦਾ ਹੈ, ਉਸ ਤਰ੍ਹਾਂ ਉਸ ਨੂੰ ਅੱਜ ਵੀ ਕਬੂਲ ਕੀਤਾ ਨਹੀਂ ਜਾ ਰਿਹਾ।
ਉਹ ਪੁਰਾਣੇ ਨੇਮ ਦਾ ਯਹੋਵਾ, ਨਵੇਂ ਨੇਮ ਦਾ ਯੀਸ਼ੂ ਮਸੀਹ ਹੈ। ਇਸ ਕਰਕੇ ਅਜ਼ੀਜ਼ੋ, ਇੱਥੇ ਛੇਤੀ ਛੇਤੀ ਮੈਂ ਤੁਹਾਡੇ ਲਈ ਯਹੋਨਾ 14 ਕੱਢ ਰਿਹਾ। ਔਰ ਲਿਖਤਾ ਕਹਿੰਦੀਆਂ ਨੇ 7ਵੀਂ ਯਹੋਨਾ 14:7 ਲਿਖਿਆ ਹੈ, ਜੇ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ। ਇਦੋਂ ਅੱਗੇ ਤੁਸੀਂ ਉਹਨੂੰ ਜਾਣਦੇ ਅਤੇ ਉਹਨੂੰ ਵੇਖ ਵੀ ਲਿਆ ਹੈ। ਫਿਲਿਪਸ ਨੇ ਉਹਨੂੰ ਆਖਿਆ, ਪ੍ਰਭੂ ਜੀ, ਪਿਤਾ ਦਾ ਸਾਨੂੰ ਦਰਸ਼ਨ ਕਰਾ ਤਾਂ ਸਾਨੂੰ ਤ੍ਰਿਪਤ ਆਵੇਗੀ। ਪਿਤਾ ਕਿਹਨੂੰ? ਯਹੋਵਾ। याद रखो, यहोवा पिता है। और लिखत कहती है, फिलिप्पुस ने आख्या अपने मुंह तो, फिलिप्पुस ने उन्होंने आख्या, प्रभु जी, पिता दा सानू दर्शन करा ता सानू तृप्त हो। यीशु ने उन्होंने आख्या, फिलिप्पुस, इन्ने चिर तो मैं तुहाडे नाल हां कि तू मैनू नहीं जानिया? जिन मैनू वेख्या ओने पिता नू वेख्या है। तू कीको आखदा है, भाई सानू पिता दा दर्शन करा? कि तू सत नहीं मनदा जो मैं पिता विच और पिता मेरे विच है। मेरे अजीजो, असी देखते हाँ कि उसने दस दिता कि जिन्ने मैनू वेख्या उसने पिता नू वेख्या है। जिन्ने मैनू वेख्या उसने पिता नू वेख्या है। इस करके अज भी इस धरती के उत्ते वो लोग इस वचन नूं गहराई दे नाल नहीं पढ़ते, बल्कि अपनी समझ का सहारा लेंदे हन। मेरे अजीजो, प्रभु तुहानूं बहुत वड्डी किरपा देवे। असी की हाँ, साडी समझ की है। और यीशु मसीह ने क्या, जे किसी नूं बुद्ध दा घाटा है ते ओ मंगे और उसनूं बुद्ध दिती जावेगी। और प्रभु दी दिती हुई समझ दे नाल, प्रभु दी दिती हुई बुद्ध दे नाल बाइबल दी लिखत पढ़ी जाती है। और फिर प्रभु दी दिती हुई बुद्ध नाल ओदी समझ भी आउंदी है। इस करके मेरे अजीजो, जिस तरह इस्राएल कह रहा सी, साडे लई की ठहरा दे, एक पातशाह ठहरा दे सैमुअल नू, खुदा दे नबी नू ये आख्या जा रहा सी, साडे लई एक पातशाह ठहरा दे। और सैमुअल ने यहोवा नू आख्या, ओ मैनू इस तरह कहते ने, साडे लई एक पातशाह ठहरा दे। और यहोवा परमेश्वर ने क्या, सैमुएल, उन्होंने तैनू नहीं त्याग दिता, बल्कि उन्होंने मैनू भी त्याग दिता है, भाई मैं उन्हां दे उत्ते राज ना करा। मेरे अजीजो, जादू उपरों मन्ना बरसाउंदा सी, जादू उन्होंने 40 साल उस सिनाई की उजाड़ विच लैके फिरदा रहा, और उन्हां दे उत्ते बदल दा छाया बन के चलदा रहा, उन्हां दे लई अग दा थम बन के चलदा रहा। फिर भी उन्हां लोकां विच बहुत सारे बेप्रतीत सन, जिस तरह
ਅੱਜ ਵੀ ਇਸ ਦੁਨੀਆ ਦੇ ਅੰਦਰ ਯੀਸ਼ੂ ਦੇ ਹੁੰਦਿਆਂ ਹੋਇਆਂ ਵੀ ਬਹੁਤ ਸਾਰੇ ਬੇਪਰਤੀਤ ਹਨ ਜਿਹੜੇ ਮਨੁੱਖਾਂ ਦੇ ਪਿੱਛੇ ਜਾ ਰਹੇ ਹਨ, ਨਾ ਕਿ ਖੁਦਾਵੰਦ ਯੀਸ਼ੂ ਮਸੀਹ ਦੇ ਪਿੱਛੇ। ਮੇਰੇ ਅਜ਼ੀਜ਼ੋ, ਸਾਡੀ ਜ਼ਿੰਦਗੀ ਦੇ ਦਿਨ ਕੁਝ ਵੀ ਨਹੀਂ ਹਨ, ਨਾ ਸਾਨੂੰ ਪਤਾ ਹੈ ਕਿ ਅਸੀਂ ਕਿਦੋਂ ਜਾ ਰਹੇ ਹਾਂ ਔਰ ਕਿਸ ਤਰ੍ਹਾਂ ਹੈ, ਸਾਨੂੰ ਬਿਲਕੁਲ ਨਹੀਂ ਪਤਾ। ਪਰ ਯਾਦ ਰੱਖੋ, ਸਾਡੇ ਖੁਦਾਵੰਦ ਯੀਸ਼ੂ ਮਸੀਹ ਨੂੰ ਪਤਾ ਹੈ। ਸਾਡੇ ਖੁਦਾਵੰਦ ਯੀਸ਼ੂ ਮਸੀਹ ਨੂੰ ਪਤਾ ਹੈ ਸਾਡੇ ਦਿਨ ਕਿੰਨੇ ਕੁ ਹਨ। ਜ਼ਬੂਰ 139 ਦੀ 13 ਆਇਤ ਕਹਿੰਦੀ ਹੈ, ਤੂੰ ਤਾਂ ਮੇਰੇ ਅੰਦਰਲੇ ਅੰਗ ਰਚੇ ਅਤੇ ਮੇਰੀ ਮਾਂ ਦੀ ਕੁੱਖ ਵਿੱਚ ਮੈਨੂੰ ਟਕਿਆ, ਮੈਂ ਤੇਰਾ ਧੰਨਵਾਦ ਕਰਦਾ ਹਾਂ। ਤੇਰੇ ਕੰਮ ਅਚਰਜ ਹਨ, ਮੇਰੀ ਜਾਨ ਖੂਬ ਜਾਣਦੀ ਹੈ। ਮੇਰੀਆਂ ਹੱਡੀਆਂ ਤੇਥੋਂ ਲੁਕੀਆਂ ਹੋਈਆਂ ਨਹੀਂ ਸਨ ਜਦ ਮੈਂ ਗੁਪਤ ਵਿੱਚ ਬਣਾਇਆ ਜਾਂਦਾ ਅਤੇ ਧਰਤੀ ਦੇ ਹੇਠਲਿਆਂ ਥਾਵਾਂ ਵਿੱਚ ਮੇਰਾ ਕਸੀਦਾ ਕੱਢੀਦਾ ਸੀ। ਤੂੰ ਮੇਰੇ ਬੇਡੌਲ ਮਲਬੇ ਨੂੰ ਵੇਖ ਲਿਆ ਔਰ ਮੇਰੇ ਦਿਨ ਮਿੱਥ ਦਿੱਤੇ ਔਰ ਅਸੀਂ ਦੇਖਦੇ ਹਾਂ ਮੇਰੇ ਅਤੇ ਤੁਹਾਡੇ ਦਿਨ ਮਿੱਥੇ ਹੋਏ ਨੇ। ਕਦੋਂ ਤੋਂ? ਜਦੋਂ ਤੋਂ ਉਹ ਸਾਨੂੰ ਸਾਡੀ ਮਾਂ ਦੇ ਕੁੱਖ ਵਿੱਚ ਪਾਲ ਰਿਹਾ ਸੀ ਔਰ ਸਾਡਾ ਸਾਰਾ ਢਾਂਚਾ ਬਣ ਰਿਹਾ ਸੀ, ਉਹ ਉਦੋਂ ਤੋਂ ਸਾਨੂੰ ਜਾਣਦਾ ਹੈ। ਜੇ ਉਦੋਂ ਤੋਂ ਸਾਨੂੰ ਜਾਣਦਾ ਹੈ ਤੇ ਅਜੀਜ਼ੋ, ਔਰ ਨੀਵੇਂ ਹੋ ਕੇ ਆਪਣੇ ਪ੍ਰਭੂ ਨੂੰ ਪਿਆਰ ਕਰੀਏ, ਕਿਉਂਕਿ ਉਹ ਜਨਮ ਤੋਂ ਪਹਿਲਾਂ ਹੀ ਜਾਣਦਾ ਹੈ। ਉਹ ਧਰਤੀ ਦੀ ਨੀਂਹ ਰੱਖਣ ਤੋਂ ਪਹਿਲੇ ਹੀ ਆਪਣੇ ਲੋਕਾਂ ਨੂੰ ਜਾਣਦਾ ਹੈ। ਇਸ ਕਰਕੇ ਅਸੀਂ ਉਹਦੇ ਕੋਲੋਂ ਭੱਜ ਨਹੀਂ ਸਕਦੇ। ਨੀਵੇਂ ਹੋ ਜਾਈਏ ਪ੍ਰਭੂ ਦੇ ਅੱਗੇ, ਹਲੀਮ ਹੋ ਜਾਈਏ, ਤਾਂ ਜੋ ਪ੍ਰਭੂ ਸਾਡੇ ਜੀਵਨਾਂ ਤੇ ਦਇਆ ਕਰ ਦੇਵੇ। ਔਰ ਪ੍ਰਭੂ ਦਾ ਵਚਨ ਕਹਿੰਦਾ ਹੈ ਕਿ ਜੇ ਤੁਸੀਂ ਨੀਵੇਂ ਹੋਵੋਗੇ ਤੇ ਵੇਲੇ ਸਿਰ ਤੁਸੀਂ ਉੱਚੇ ਵੀ ਕੀਤੇ ਜਾਓਗੇ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਆਓ ਦੁਆ ਕਰਾਂਗੇ। ਔਰ ਰੱਦਿਆ ਹੋਇਆ ਪਾਤਸ਼ਾਹ, ਇਸ ਦਾ ਦੂਸਰਾ ਟੌਪਿਕ ਕੱਲ ਲਵਾਂਗੇ। ਪ੍ਰਭੂ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਦੁਆ ਕਰਦੇ ਹਾਂ। ਸਾਡੇ ਪਿਆਰੇ ਪ੍ਰਭੂ ਯਿਸੂ ਮਸੀਹ, ਤੇਰਾ ਬਹੁਤ ਬਹੁਤ ਧੰਨਵਾਦ ਪਿਆਰੇ ਖੁਦਾਵੰਦ, ਤੇਰੀ ਦਿੱਤੀ ਕਿਰਪਾ ਦੇ ਲਈ, ਤੇਰੇ ਬਹਾਏ ਲਹੂ ਦੇ ਲਈ, ਤੇਰੇ ਦਿੱਤੇ ਵਚਨ ਦੇ ਲਈ, ਜਿਹੜਾ ਕਦੇ ਟਲ ਨਹੀਂ ਸਕਦਾ। ਪ੍ਰਭੂ ਤੂੰ ਸਾਨੂੰ ਆਪਣੇ ਵਚਨ ਨਾਲ ਬਲੈਸ ਕਰਦਾ ਹੈ, ਆਪਣੇ ਵਚਨ ਨਾਲ ਸਾਨੂੰ ਬਰਕਤ ਦਿੰਦਾ ਹੈ। ਤੇਰਾ ਧੰਨਵਾਦ ਹੋਵੇ, ਸ਼ੁਕਰ ਹੋਵੇ, ਬੇਹੱਦ ਮਦਦਗਾਰ। ਔਰ ਅੱਜ ਦਾ ਸਾਰਾ ਦਿਨ, ਜਿੰਨੇ ਵੀ ਦਿਨ ਤੂੰ ਸਾਨੂੰ ਬਖਸ਼ੇ ਹੋਏ ਨੇ, ਉਹਨਾਂ ਦਿਨਾਂ ਵਿੱਚ ਸਾਨੂੰ ਸੰਭਾਲ, ਸਾਡੀ ਮਦਦ ਕਰ। ਸਾਡੇ ਭਾਈਆਂ ਭੈਣਾਂ, ਬਜ਼ੁਰਗਾਂ, ਬੱਚਿਆਂ ਦੇ ਜੀਵਨ ਤੇ ਤੇਰੀ ਕਿਰਪਾ ਹੋਵੇ। ਦੁਆ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ।